ਸਤਿ ਸ਼੍ਰੀ ਅਕਾਲ ਜੀ। ਮੇਰੇ ਦਿਲ ਦੀ ਤਰ੍ਹਾਂ ਅੱਜ ਦੀ ਸ਼ਾਮ ਵੀ ਬਹੁਤ ਉਦਾਸ ਸੀ। ਮੇਰੇ ਪਤੀ ਰਣਵੀਰ ਦਾ ਮਲੇਸ਼ੀਆ ਦਾ ਵੀਜ਼ਾ ਲੱਗ ਚੁੱਕਿਆ ਸੀ। ਮੈਂ ਇਹ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਮੈਂ ਰਣਵੀਰ ਤੋਂ ਬਿਨਾਂ ਕਿਵੇਂ ਰਹਾਂਗੀ। ਸਾਡਾ ਇੱਕ ਸਾਂਝਾ ਪਰਿਵਾਰ ਸੀ। ਘਰ ਵਿੱਚ ਹਮੇਸ਼ਾ ਸ਼ੋਰ ਸ਼ਰਾਬਾ ਰਹਿੰਦਾ। ਮੇਰਾ ਸਹੁਰਾ ਤੇ ਸੱਸ ਵੀ ਸਖਤ ਮਿਜਾਜ ਦੇ ਸਨ। ਹਮੇਸ਼ਾ ਆਪਣਾ ਹੁਕਮ ਚਲਾਉਂਦੇ ਰਹਿੰਦੇ। ਮੈਂ ਇੱਕ ਨੰਬਰ ਦੀ ਡਰਪੋਕ ਸੀ। ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ। ਬਸ 10ਵੀਂ ਕਲਾਸ ਤੱਕ ਹੀ ਪੜ੍ਹੀ ਸੀ। ਮਾਤਾ ਪਿਤਾ ਦੀ ਮੌਤ ਹੋਣ ਮਗਰੋਂ ਮੈਨੂੰ ਮੇਰੀ ਮਾਸੀ ਨੇ ਹੀ ਪਾਲਿਆ ਸੀ। ਮੇਰੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਸੀ। ਜਦੋਂ ਰਣਵੀਰ ਦਾ ਰਿਸ਼ਤਾ ਮੇਰੇ ਲਈ ਆਇਆ ਤਾਂ ਮੇਰੀ ਮਾਸੀ ਨੇ ਝੱਟ ਹਾਂ ਕਰ ਦਿੱਤੀ। ਇਹ ਵੀ ਨਹੀਂ ਵੇਖਿਆ ਕਿ ਪਰਿਵਾਰ ਕਿਸ ਤਰ੍ਹਾਂ ਦਾ ਹੈ। ਉਹ ਸਾਰੇ ਜਾਨਵਰਾਂ ਦੀ ਤਰ੍ਹਾਂ ਰਹਿੰਦੇ ਸਨ। ਘਰ ਵੀ ਬਹੁਤ ਛੋਟਾ ਸੀ। ਘਰ ਵਿੱਚ ਜਦੋਂ ਵੀ ਖਾਣਾ ਬਣਦਾ ਉਹ ਇਸ ਤਰ੍ਹਾਂ ਟੁੱਟ ਪੈਂਦੇ ਜਿਵੇਂ ਪਹਿਲਾਂ ਕਦੇ ਖਾਧਾ ਹੀ ਨਾ ਹੋਵੇ। ਮੈਨੂੰ ਤਾਂ ਕਦੇ ਪੇਟ ਭਰ ਕੇ ਖਾਣਾ ਮਿਲਿਆ ਹੀ ਨਹੀਂ। ਤਾਨੇ ਬਥੇਰੇ ਮਿਲ ਜਾਂਦੇ ਸੁਣਨ ਨੂੰ। ਰਣਵੀਰ 2 ਸਾਲ ਬੇਰੁਜ਼ਗਾਰ ਸੀ। ਬਹੁਤ ਮੁਸ਼ਕਲ ਨਾਲ ਉਹਨਾਂ ਨੂੰ ਮਲੇਸ਼ੀਆ ਦਾ ਵੀਜ਼ਾ ਮਿਲਿਆ ਸੀ। ਸਾਡਾ ਇੱਕ ਬੇਟਾ ਵੀ ਸੀ। ਜਦੋਂ ਵੀਜ਼ਾ ਆਇਆ ਤਾਂ ਮੇਰੇ ਪਤੀ ਕਹਿੰਦੇ ਕਿ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕਰਾਂਗਾ। ਜਦੋਂ ਮੇਰੇ ਪਤੀ ਮੈਨੂੰ ਇਹ ਗੱਲਾਂ ਕਹਿ ਰਹੇ ਸਨ ਤਾਂ ਮੇਰੀ ਸੱਸ ਤੇ ਨਨਾਣ ਨੇ ਸਾਰੀਆਂ ਗੱਲਾਂ ਸੁਣ ਲਈਆਂ। ਤਾਂ ਮੇਰੀ ਸੱਸ ਕਹਿਣ ਲੱਗੀ ਕਿ ਤੈਨੂੰ ਪਾਲ ਪੋਸ ਕੇ ਅਸੀਂ ਵੱਡਾ ਕੀਤਾ ਤੇ ਸੁਪਨੇ ਤੂੰ ਆਪਣੀ ਪਤਨੀ ਦੇ ਪੂਰੇ ਕਰੇਂਗਾ। ਰਣਵੀਰ ਚੁੱਪਚਾਪ ਆਪਣੀ ਮਾਂ ਦੀਆਂ ਗੱਲਾਂ ਸੁਣਦੇ ਰਹੇ। ਮੇਰੀ ਵੀ ਹਿੰਮਤ ਨਾ ਹੋਈ ਕੁਝ ਬੋਲਣ ਦੀ। ਫਿਰ ਰਣਵੀਰ ਚਲੇ ਗਏ ਤੇ ਮੇਰੀ ਜ਼ਿੰਦਗੀ ਵਿੱਚ ਸਨਾਟਾ ਛਾ ਗਿਆ। ਪਰ ਸਿਰਫ ਮੇਰੇ ਦਿਲ ਵਿੱਚ। ਘਰ ਦਾ ਤਾਂ ਉਹੀ ਹਾਲ ਸੀ। ਬਸ ਇਸੇ ਤਰ੍ਹਾਂ ਦੀ ਦਿਨ ਗੁਜ਼ਰ ਰਹੇ ਸਨ। ਮੇਰੀਆਂ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਸਨ। ਸਭ ਤੋਂ ਵੱਡੀ ਗੱਲ ਸੀ ਕਿ ਮੇਰੇ ਪਤੀ ਰਣਵੀਰ ਦੀ ਕੋਈ ਖਬਰ ਨਹੀਂ ਸੀ। ਘਰੋਂ ਜਾਣ ਤੋਂ ਬਾਅਦ ਉਹਨਾਂ ਨਾਲ ਕੋਈ ਗੱਲ ਨਹੀਂ ਹੋ ਪਾ ਰਹੀ ਸੀ। ਮੇਰੇ ਕੋਲ ਜੋ ਕਮਰਾ ਉਸ ਵਿੱਚੋਂ ਵੀ ਮੈਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਹ ਕਮਰਾ ਮੇਰੇ ਦਿਓਰ ਨੂੰ ਦੇ ਦਿੱਤਾ ਗਿਆ। ਮੈਂ ਕਿਹਾ ਵੀ ਆਪਣੀ ਸੱਸ ਨੂੰ ਕਿ ਬੱਚੇ ਨਾਲ ਮੈਂ ਕਿੱਥੇ ਰਹਾਂਗੀ ਤਾਂ ਉਹ ਕਹਿਣ ਲੱਗੀ ਕਿ ਬਰਾਂਡੇ ਵਿੱਚ ਬਥੇਰੀ ਜਗ੍ਹਾ ਆ। ਮੇਰੀ ਸੱਸ ਨੇ ਬਹੁਤ ਬੇਪਰਵਾਹੀ ਨਾਲ ਜਵਾਬ ਦਿੱਤਾ। ਮੈਂ ਕੀ ਕਰਦੀ। ਮੈਂ ਪਤੀ ਦੀ ਵੀ ਕੋਈ ਖਬਰ ਨਹੀਂ ਸੀ। ਮੈਂ ਚੁੱਪ ਕਰਕੇ ਆਪਣਾ ਬਿਸਤਰਾ ਬਰਾਂਡੇ ਵਿੱਚ ਵਿਛਾ ਲਿਆ। ਮੈਨੂੰ ਸਿਲਾਈ ਦਾ ਕੰਮ ਆਉਂਦਾ ਸੀ। ਇਸ ਲਈ ਮੈਂ ਆਪਣੇ ਛੋਟੇ-ਮੋਟੇ ਖਰਚੇ ਖੁਦ ਉਠਾ ਲੈਂਦੀ ਸੀ। ਪਰ ਇਸ ਦੇ ਬਾਵਜੂਦ ਵੀ ਸੱਸ ਦੇ ਤਾਨੇ ਸੁਣਨੇ ਪੈਂਦੇ। ਮੇਰੀ ਮਾਸੀ ਜਿਸ ਨੇ ਮੈਨੂੰ ਪਾਲਿਆ ਸੀ ਉਸ ਦੀ ਮੌਤ ਹੋ ਚੁੱਕੀ ਸੀ। ਮੇਰੇ ਕੋਲ ਕੋਈ ਦੂਜਾ ਰਸਤਾ ਨਹੀਂ ਸੀ। ਘਰ ਵਿੱਚ ਸਭ ਦਾ ਖਾਣਾ ਮੈਂ ਹੀ ਬਣਾਉਂਦੀ। ਬਾਕੀ ਸਭ ਤਾਂ ਆਰਾਮ ਕਰਦੇ। ਇੱਕ ਦਿਨ ਮੇਰੇ ਬੇਟੇ ਨੂੰ ਬੁਖਾਰ ਹੋ ਗਿਆ ਜਿਸ ਕਰਕੇ ਮੈਂ ਰੋਟੀ ਨਾ ਬਣਾ ਸਕੀ। ਬਸ ਫਿਰ ਕੀ ਸੀ। ਮੇਰੇ ਉੱਪਰ ਕਿਆਮਤ ਆ ਗਈ। ਸੱਸ ਨੇ ਬੋਲ ਕੇ ਘਰ ਸਿਰ ਤੇ ਚੁੱਕ ਲਿਆ। ਮੈਨੂੰ ਬੁਰਾ ਭਲਾ ਕਹਿਣ ਲੱਗੀ। ਜਦੋਂ ਮੇਰੀ ਸੱਸ ਨੇ ਇੰਨਾ ਹੰਗਾਮਾ ਕਰ ਦਿੱਤਾ ਤਾਂ ਮੈਥੋਂ ਬਰਦਾਸ਼ਤ ਨਹੀਂ ਹੋਇਆ। ਮੈਂ ਗੁੱਸੇ ਵਿੱਚ ਕਹਿ ਦਿੱਤਾ ਕਿ ਮੈਂ ਆਪਣੇ ਬੇਟੇ ਨੂੰ ਪੇਕਿਆਂ ਤੋਂ ਨਹੀਂ ਲੈ ਕੇ ਆਈ। ਮੈਂ ਸਭ ਦਾ ਖਾਣਾ ਬਣਾਉਂਦੀ ਹਾਂ, ਸਿਲਾਈ ਵੀ ਕਰਦੀ ਹਾਂ। ਅੱਜ ਮੇਰੇ ਬੇਟੇ ਨੂੰ ਬੁਖਾਰ ਸੀ ਤਾਂ ਰੋਟੀ ਨਹੀਂ ਬਣਾ ਸਕੀ ਤਾਂ ਤੁਸੀਂ ਮੈਨੂੰ ਤਾਨੇ ਦੇਣੇ ਸ਼ੁਰੂ ਕਰ ਦਿੱਤੇ। ਮੇਰੇ ਇੰਨਾ ਕੁ ਬੋਲਣ ਤੇ ਮੇਰੀ ਸੱਸ ਨੇ ਮੇਰੇ ਮੂੰਹ ਤੇ ਥੱਪੜ ਜੜ ਦਿੱਤਾ। ਮੈਂ ਤਾਂ ਸਭ ਦੀਆਂ ਨਜ਼ਰਾਂ ਵਿੱਚ ਪਹਿਲਾਂ ਹੀ ਖਟਕਦੀ ਸੀ। ਹੁਣ ਤਾਂ ਉਹਨਾਂ ਨੂੰ ਮੌਕਾ ਮਿਲ ਗਿਆ ਸੀ ਮੇਰੇ ਤੋਂ ਛੁਟਕਾਰਾ ਪਾਉਣ ਦਾ। ਉਹਨਾਂ ਸਭ ਨੇ ਮਿਲ ਕੇ ਮੈਨੂੰ ਘਰੋਂ ਕੱਢ ਦਿੱਤਾ। ਮੈਂ 3 ਸਾਲ ਦੇ ਬੇਟੇ ਨੂੰ ਗੋਦ ਚੁੱਕ ਕੇ ਹੈਰਾਨ ਪਰੇਸ਼ਾਨ ਹੋ ਕੇ ਖੜੀ ਸੀ। ਉਹ ਇੰਨੇ ਜ਼ਾਲਿਮ ਕਿਵੇਂ ਹੋ ਸਕਦੇ ਸੀ। ਮੇਰਾ ਨਹੀਂ ਤਾਂ ਘੱਟੋ ਘੱਟ ਬੱਚੇ ਦਾ ਤਾਂ ਖਿਆਲ ਕਰ ਲੈਂਦੇ। ਇਹ ਤਾਂ ਉਹਨਾਂ ਦਾ ਆਪਣਾ ਖੂਨ ਸੀ। ਮੈਂ ਰਿਕਸ਼ੇ ਵਿੱਚ ਬੈਠ ਕੇ ਬੱਸ ਅੱਡੇ ਤੇ ਪਹੁੰਚ ਗਈ। ਮੈਂ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਘਰ ਗਈ ਤਾਂ ਉਹਨਾਂ ਨੇ ਬੜਾ ਠੰਡਾ ਸਵਾਗਤ ਕੀਤਾ ਮੇਰਾ। ਮੈਨੂੰ ਸਾਫ਼ ਸ਼ਬਦਾਂ ਵਿੱਚ ਹੀ ਕਹਿ ਦਿੱਤਾ ਕਿ ਮੇਰੇ ਪਤੀ ਨੂੰ ਇਸ ਤਰ੍ਹਾਂ ਕਿਸੇ ਦੇ ਘਰ ਵਿੱਚ ਰਹਿਣਾ ਪਸੰਦ ਨਹੀਂ ਆ। ਇਸ ਲਈ ਤੂੰ ਰਾਤ ਕੱਟ ਕੇ ਸਵੇਰੇ ਚਲੀ ਜਾਵੀਂ। ਮੈਂ ਕਿਸੇ ਤਰ੍ਹਾਂ ਉੱਥੇ ਬਰਾਂਡੇ ਵਿੱਚ ਠੰਡ ਵਿੱਚ ਰਾਤ ਕੱਟੀ। ਮੈਂ ਸਵੇਰੇ ਉੱਥੋਂ ਚਲੀ ਆਈ। ਰਸਤੇ ਵਿੱਚੋਂ ਆਪਣੇ ਬੱਚੇ ਲਈ ਬਿਸਕੁਟ ਤੇ ਹੋਰ ਖਾਣ ਪੀਣ ਦਾ ਸਮਾਨ ਲਿਆ। ਫਿਰ ਮੈਨੂੰ ਆਪਣੀ ਇੱਕ ਜਾਣ ਪਛਾਣ ਦੀ ਦੀਦੀ ਦਾ ਖਿਆਲ ਆਇਆ ਜੋ ਕਿ ਉਸੇ ਸ਼ਹਿਰ ਵਿੱਚ ਰਹਿੰਦੀ ਸੀ। ਮੈਂ ਦੀਦੀ ਦੇ ਘਰ ਪਹੁੰਚੀ। ਉਹ ਮੈਨੂੰ ਵੇਖ ਕੇ ਬਹੁਤ ਖੁਸ਼ ਹੋਈ। ਮੈਂ ਉਸ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਮੈਨੂੰ ਕਹਿਣ ਲੱਗੀ ਕਿ ਪਰੇਸ਼ਾਨ ਨਾ ਹੋ, ਇੱਥੇ ਇੱਕ ਮਕਾਨ ਖਾਲੀ ਉਸ ਨੂੰ ਕਿਰਾਏ 'ਤੇ ਲੈ ਲੈਂਦੇ ਹਾਂ। ਮੇਰੇ ਕੋਲ ਸਿਲਾਈ ਵਾਲੇ ਕੁਝ ਪੈਸੇ ਸਨ। ਇਸ ਤਰ੍ਹਾਂ ਮੇਰੀ ਇੱਕ ਮੁਸ਼ਕਲ ਤਾਂ ਹੱਲ ਹੋ ਗਈ। ਚੰਗੀ ਗੱਲ ਇਹ ਸੀ ਕਿ ਉੱਥੇ ਨੇੜੇ ਹੀ ਇੱਕ ਕੱਪੜਿਆਂ ਦਾ ਕਾਰਖਾਨਾ ਸੀ। ਦੀਦੀ ਕਹਿਣ ਲੱਗੀ ਕਿ ਮੈਂ ਕੋਸ਼ਿਸ਼ ਕਰਾਂਗੀ ਜੇ ਤੈਨੂੰ ਕੋਈ ਕੰਮ ਮਿਲ ਜਾਵੇ। ਫਿਰ ਮੈਂ ਦੀਦੀ ਨਾਲ ਮਕਾਨ ਦੇਖਣ ਗਈ। ਮਕਾਨ ਮਾਲਕ ਥੋੜ੍ਹਾ ਸਖਤ ਮਿਜਾਜ਼ ਸੀ। ਮਕਾਨ ਵੀ ਥੋੜ੍ਹਾ ਛੋਟਾ ਸੀ ਪਰ ਮੈਨੂੰ ਕਿਸੇ ਮਹਿਲ ਤੋਂ ਘੱਟ ਨਹੀਂ ਲੱਗ ਰਿਹਾ ਸੀ। ਮੈਂ 1 ਮਹੀਨੇ ਦਾ ਕਿਰਾਇਆ ਐਡਵਾਂਸ ਵਿੱਚ ਦੇ ਦਿੱਤਾ ਤੇ ਘਰ ਦੀ ਚਾਬੀ ਲੈ ਲਈ। ਹੌਲੀ ਹੌਲੀ ਦਿਨ ਗੁਜ਼ਰਦੇ ਗਏ। ਮੈਨੂੰ ਕਾਰਖਾਨੇ ਵਿੱਚ ਸਿਲਾਈ ਦਾ ਕੰਮ ਵੀ ਮਿਲ ਗਿਆ।
ਸਾਰਾ ਦਿਨ ਕੰਮ ਕਰਕੇ ਮੇਰਾ ਬੁਰਾ ਹਾਲ ਹੋ ਜਾਂਦਾ, ਪਰ ਜਦੋਂ ਪੈਸੇ ਮਿਲਦੇ ਤਾਂ ਸਾਰੀ ਥਕਾਨ ਦੂਰ ਹੋ ਜਾਂਦੀ। ਜਦੋਂ ਕੋਈ ਸ਼ਰੀਫ ਔਰਤ ਇਕੱਲੀ ਹੋਵੇ ਤਾਂ ਉਸ ਨੂੰ ਬਹੁਤ ਚੁਕੰਨਾ ਰਹਿਣਾ ਪੈਂਦਾ ਆ। ਮੈਂ ਆਮ ਆਂਢ ਗੁਆਂਢ ਵਿੱਚ ਵੀ ਡਰਦੀ ਨਹੀਂ ਜਾਂਦੀ ਸੀ, ਕਿਉਂਕਿ ਹਰ ਘਰ ਵਿੱਚ ਮਰਦ ਵੀ ਸਨ। ਹੁਣ ਖਾਣ ਪੀਣ ਤੇ ਰਹਿਣ ਦੀ ਕੋਈ ਚਿੰਤਾ ਨਹੀਂ ਸੀ, ਪਰ ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆਉਂਦੀ, ਜਿਸ ਬਾਰੇ ਮੈਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀ। ਮੈਂ ਉਹਨਾਂ ਨੂੰ ਯਾਦ ਕਰਕੇ ਬਹੁਤ ਰੋਂਦੀ। ਮੈਂ ਸਸੁਰਾਲ ਵਾਲਿਆਂ ਨੂੰ ਵੀ ਪਤੀ ਬਾਰੇ ਖਬਰ ਲੈਣ ਲਈ ਫੋਨ ਕਰਦੀ, ਪਰ ਉਹ ਮੇਰੀ ਆਵਾਜ਼ ਸੁਣ ਕੇ ਫੋਨ ਹੀ ਕੱਟ ਦਿੰਦੇ। ਇੰਝ ਲੱਗਦਾ ਜਿਵੇਂ ਉਹ ਮੈਥੋਂ ਜਾਨ ਛੁਡਾ ਕੇ ਪੂਰੇ ਖੁਸ਼ ਹਨ। ਮੇਰੇ ਘਰ ਦੇ ਬਰਾਬਰ ਇੱਕ ਔਰਤ ਰਹਿੰਦੀ ਸੀ, ਉਸ ਨਾਲ ਮੇਰੀ ਚੰਗੀ ਜਾਣ ਪਛਾਣ ਹੋ ਗਈ। ਅਸੀਂ ਇੱਕ ਦੂਜੇ ਦੇ ਘਰ ਵੀ ਆ ਜਾਇਆ ਕਰਦੀਆਂ ਸੀ। ਇੱਕ ਦਿਨ ਮੈਥੋਂ ਰਿਹਾ ਨਾ ਗਿਆ। ਮੈਂ ਆਪਣੇ ਸਸੁਰਾਲ ਰਣਵੀਰ ਦੀ ਖਬਰ ਲੈਣ ਪਹੁੰਚ ਗਈ, ਪਰ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਪਰ ਮੈਨੂੰ ਪਤਾ ਲੱਗਿਆ ਕਿ ਇੱਕ ਹਾਦਸੇ ਵਿੱਚ ਮੇਰੇ ਸੱਸ ਸਹੁਰੇ ਤੇ ਇੱਕ ਜੇਠ ਦੀ ਮੌਤ ਹੋ ਗਈ ਸੀ। ਮੈਂ ਰੋਂਦੀ ਹੋਈ ਵਾਪਸ ਆ ਗਈ, ਪਰ ਇੱਕ ਵਾਰ ਫਿਰ ਰੱਬ ਨੇ ਮੇਰੇ ਤੇ ਮੁਸ਼ਕਲ ਦਾ ਸਮਾਂ ਲਿਆ ਦਿੱਤਾ। ਮੈਨੂੰ ਕਾਰਖਾਨੇ ਵਿੱਚ ਕੰਮ ਮਿਲਣਾ ਘੱਟ ਗਿਆ, ਜਿਸ ਕਰਕੇ ਪੈਸੇ ਵੀ ਘੱਟ ਮਿਲਦੇ ਸਨ। ਮੈਂ ਫਿਰ ਤੋਂ ਪਰੇਸ਼ਾਨ ਰਹਿਣ ਲੱਗੀ। ਇੱਕ ਸਮਾਂ ਅਜਿਹਾ ਵੀ ਆਇਆ ਕਿ ਕੰਮ ਮਿਲਣਾ ਬਿਲਕੁਲ ਬੰਦ ਹੋ ਗਿਆ। ਪਰੇਸ਼ਾਨੀ ਹੀ ਪਰੇਸ਼ਾਨੀ ਸੀ। ਅਕਸਰ ਮੇਰੀ ਗੁਆਂਢਣ ਕਹਿੰਦੀ, ਇਸ ਘਰ ਵਿੱਚ ਰਹਿਣ ਵਾਲਾ ਜ਼ਿਆਦਾ ਦੇਰ ਤੱਕ ਖੁਸ਼ ਨਹੀਂ ਰਹਿੰਦਾ, ਕਿਉਂਕਿ ਇੱਥੇ ਇੱਕ ਲੁਟੇਰਾ ਪੁਲਿਸ ਨਾਲ ਲੜਾਈ ਵਿੱਚ ਮਾਰਿਆ ਗਿਆ ਸੀ। ਉਹ ਲੁਟੇਰਾ ਇਸ ਘਰ ਵਿੱਚ ਛੁਪਿਆ ਹੋਇਆ ਸੀ, ਜਿੱਥੇ ਪੁਲਿਸ ਨੇ ਉਸ ਨੂੰ ਮਾਰ ਦਿੱਤਾ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵਹਿਮ ਹੋਣ ਲੱਗਿਆ ਸੀ। ਮੈਂ ਹੋਰ ਵੀ ਡਰ ਗਈ। ਡਰਦੇ ਡਰਦੇ ਮੈਂ ਕਈ ਦਿਨ ਗੁਜ਼ਾਰ ਦਿੱਤੇ। ਇੱਕ ਦਿਨ ਦੁਪਹਿਰ ਦਾ ਸਮਾਂ ਸੀ। ਮੇਰਾ ਬੇਟਾ ਸੌਂ ਰਿਹਾ ਸੀ। ਮੈਂ ਰੱਬ ਅੱਗੇ ਸਭ ਠੀਕ ਕਰਨ ਲਈ ਪ੍ਰਾਰਥਨਾ ਕਰ ਰਹੀ ਸੀ। ਹੁਣ ਤਾਂ ਬਚੇ ਹੋਏ ਪੈਸੇ ਵੀ ਖਤਮ ਹੋ ਗਏ ਸਨ। ਖਾਣ ਲਈ ਕੁਝ ਵੀ ਨਹੀਂ ਸੀ। ਮੈਂ ਵਿਹੜੇ ਵਿੱਚ ਇੱਕ ਪਾਸੇ ਥੋੜ੍ਹੀਆਂ ਬਹੁਤ ਸਬਜ਼ੀਆਂ ਉਗਾਈਆਂ ਹੋਈਆਂ ਸਨ। ਮੈਂ ਉੱਥੇ ਬੀਜੇ ਆਲੂ ਪੁੱਟਣ ਲਈ ਇੱਕ ਖੁਰਪਾ ਲੈ ਕੇ ਆਲੂ ਪੁੱਟਣ ਲੱਗੀ। ਮੈਂ ਜਦੋਂ ਖੋਦਣਾ ਸ਼ੁਰੂ ਕੀਤਾ ਤਾਂ ਮੈਨੂੰ ਹੇਠਾਂ ਕੁਝ ਸਖਤ ਚੀਜ਼ ਹੋਣ ਦਾ ਅਹਿਸਾਸ ਹੋਇਆ। ਮੈਂ ਹੋਰ ਖੋਦਣਾ ਸ਼ੁਰੂ ਕੀਤਾ। ਮੈਂ ਜਲਦੀ ਜਲਦੀ ਮਿੱਟੀ ਖੋਦਣ ਲੱਗੀ। ਮੈਨੂੰ ਥੱਲੇ ਇੱਕ ਡੱਬਾ ਦਿਖਾਈ ਦਿੱਤਾ। ਮੈਂ ਡੱਬਾ ਖੋਲ੍ਹ ਕੇ ਵੇਖਿਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਉਸ ਡੱਬੇ ਵਿੱਚ ਬਹੁਤ ਸਾਰੇ ਪੈਸੇ ਤੇ ਗਹਿਣੇ ਸਨ। ਮੈਂ ਉਹ ਡੱਬਾ ਲੈ ਕੇ ਕਮਰੇ ਵਿੱਚ ਆ ਗਈ। ਮੈਨੂੰ ਲੱਗਿਆ ਹੁਣ ਮੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਮੈਂ ਉਹ ਟੋਆ ਚੰਗੀ ਤਰ੍ਹਾਂ ਦੁਬਾਰਾ ਭਰ ਦਿੱਤਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋ ਜਾਵੇ। ਮੈਂ ਹੌਲੀ ਹੌਲੀ ਕਰਕੇ ਸਭ ਉਧਾਰ ਚੁਕਾਉਣੇ ਸ਼ੁਰੂ ਕਰ ਦਿੱਤੇ। ਮੈਂ ਇੱਕਦਮ ਪੈਸਾ ਬਾਹਰ ਨਹੀਂ ਕੱਢਿਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋ ਜਾਵੇ। ਮੈਂ ਸਭ ਨੂੰ ਇਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਮੇਰੇ ਪਤੀ ਨੇ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਨੇ। ਮੈਂ ਇੱਕ ਇਕੱਲੀ ਮਜਬੂਰ ਔਰਤ ਸੀ। ਜੇ ਕਿਸੇ ਨੂੰ ਜ਼ਰਾ ਵੀ ਸ਼ੱਕ ਹੋ ਜਾਂਦਾ ਕਿ ਮੇਰੇ ਕੋਲ ਇੰਨੇ ਪੈਸੇ ਹਨ ਤਾਂ ਨਾ ਜਾਣੇ ਮੇਰੇ ਨਾਲ ਕੀ ਹੋ ਜਾਂਦਾ। ਇਸ ਲਈ ਮੈਂ ਹਮੇਸ਼ਾ ਆਪਣੀ ਗਰੀਬੀ ਦਾ ਰੋਣਾ ਰੋਂਦੀ ਰਹਿੰਦੀ। ਖਰਚਾ ਵੀ ਜ਼ਰੂਰਤ ਦੇ ਹਿਸਾਬ ਨਾਲ ਹੀ ਕਰਦੀ। ਸ਼ਾਇਦ ਇਹ ਪੈਸੇ ਉਸ ਲੁਟੇਰੇ ਨੇ ਹੀ ਦੱਬੇ ਹੋਣਗੇ ਜੋ ਇਸ ਘਰ ਵਿੱਚ ਪੁਲਿਸ ਦੁਆਰਾ ਮਾਰਿਆ ਗਿਆ ਸੀ। ਫਿਰ ਇੱਕ ਦਿਨ ਗੁਆਂਢ ਤੋਂ ਇੱਕ ਔਰਤ ਮੇਰੇ ਘਰ ਆਈ। ਮੈਨੂੰ ਪੁੱਛਣ ਲੱਗੀ ਕਿ ਘਰ ਦਾ ਖਰਚਾ ਕਿਵੇਂ ਚੱਲਦਾ ਆ। ਮੈਂ ਕਿਹਾ ਚੰਗਾ ਚੱਲ ਰਿਹਾ ਆ, ਬਸ ਰੋਟੀ ਪਾਣੀ ਚੱਲੀ ਜਾਂਦਾ। ਉਹ ਕਹਿਣ ਲੱਗੀ ਕਿ ਪੈਸੇ ਦੀ ਤੰਗੀ ਹੈ ਤਾਂ ਮੈਨੂੰ ਦੱਸ, ਮੈਂ ਤੈਨੂੰ ਇੱਕ ਚੰਗੀ ਜਗ੍ਹਾ ਕੰਮ 'ਤੇ ਲਵਾ ਸਕਦੀ ਹਾਂ। ਤੂੰ ਸੋਹਣੀ ਵੀ ਹੈ, ਕੰਮ ਛੇਤੀ ਮਿਲ ਜਾਵੇਗਾ। ਮੈਂ ਹੈਰਾਨ ਹੋ ਕੇ ਪੁੱਛਿਆ, ਕੰਮ ਨਾਲ ਸੋਹਣੇ ਹੋਣ ਦਾ ਕੀ ਲੈਣਾ ਦੇਣਾ? ਉਹ ਕਹਿਣ ਲੱਗੀ ਕਿ ਇੱਕ ਕੋਠੀ ਹੈ, ਉਸ ਦੇ ਮਾਲਕ ਨੂੰ ਖੂਬਸੂਰਤ ਕੁੜੀ ਦੀ ਜ਼ਰੂਰਤ ਹੈ, ਬਹੁਤ ਪੈਸਾ ਮਿਲੇਗਾ। ਸਮਝ ਰਹੀ ਹੈ ਨਾ ਮੇਰੀ ਗੱਲ? ਆਪਣੀ ਸੁੰਦਰਤਾ ਦਾ ਫਾਇਦਾ ਉਠਾ। ਉਸ ਦੀ ਗੱਲ ਸੁਣ ਕੇ ਮੇਰਾ ਦਿਲ ਕਰੇ ਮੈਂ ਉਸ ਦੇ ਮੂੰਹ 'ਤੇ ਥੱਪੜ ਜੜ ਦੇਵਾਂ, ਪਰ ਮੈਂ ਆਪਣੇ ਆਪ ਨੂੰ ਰੋਕ ਲਿਆ ਤੇ ਉਸ ਨੂੰ ਕਿਹਾ ਕਿ ਮੇਰੇ ਘਰੋਂ ਬਾਹਰ ਹੋ ਜਾ, ਦੁਬਾਰਾ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਆ। ਉਸ ਦੇ ਜਾਣ ਤੋਂ ਬਾਅਦ ਮੈਂ ਫੁੱਟ ਕੇ ਰੋਣ ਲੱਗੀ। ਮੇਰਾ ਕੋਈ ਸਹਾਰਾ ਨਹੀਂ ਸੀ। ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆ ਰਹੀ ਸੀ। ਰਾਤ ਨੂੰ ਮੈਂ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਦਰਵਾਜ਼ਾ ਖੜਕਿਆ ਤਾਂ ਮੈਂ ਡਰ ਗਈ ਕਿ ਇਸ ਸਮੇਂ ਕੌਣ ਹੋ ਸਕਦਾ ਆ। ਮੈਂ ਡਰਦੇ ਡਰਦੇ ਪੁੱਛਿਆ ਕਿ ਕੌਣ ਆ, ਪਰ ਇੱਕ ਮਰਦ ਦੀ ਆਵਾਜ਼ ਆਈ। ਇਹ ਤਾਂ ਮੇਰਾ ਮਕਾਨ ਮਾਲਕ ਸੀ। ਉਹ ਕਹਿਣ ਲੱਗਿਆ ਕਿ ਮੇਰੀ ਪਤਨੀ ਦੀ ਤਬੀਅਤ ਖਰਾਬ ਹੈ, ਮੇਰੀ ਮਦਦ ਕਰ ਦੇ। ਮੈਨੂੰ ਲੱਗਿਆ ਕਿ ਮੈਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ, ਇਸ ਲਈ ਮੈਂ ਬਿਨਾਂ ਜ਼ਿਆਦਾ ਕੁਝ ਸੋਚੇ ਦਰਵਾਜ਼ਾ ਖੋਲ੍ਹ ਦਿੱਤਾ। ਪਰ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ। ਮੈਂ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ, ਉਸਨੇ ਮੇਰੇ ਮੂੰਹ 'ਤੇ ਹੱਥ ਰੱਖ ਲਿਆ ਤੇ ਮੈਨੂੰ ਅੰਦਰ ਵੱਲ ਧੱਕ ਦਿੱਤਾ। ਉਹ ਮੈਨੂੰ ਗਲਤ ਗੱਲਾਂ ਬੋਲਣ ਲੱਗਿਆ। ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ। ਮੈਂ ਛੁੱਟਣ ਦੀ ਕੋਸ਼ਿਸ਼ ਕੀਤੀ। ਮੈਂ ਆਪਣਾ ਪੂਰਾ ਜ਼ੋਰ ਲਾ ਕੇ ਉਸ ਨੂੰ ਧੱਕਾ ਦੇ ਕੇ ਉਹ ਥੱਲੇ ਡਿੱਗ ਪਿਆ। ਇੰਨੇ ਵਿੱਚ ਮੈਂ ਕੋਲ ਪਿਆ ਡੰਡਾ ਚੁੱਕ ਕੇ ਉਸਦੇ ਮਾਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਕਿ ਉਹ ਆਪਣੇ ਆਪ ਨੂੰ ਸੰਭਾਲਦਾ, ਮੈਂ ਆਪਣੇ ਬੇਟੇ ਤੇ ਉਸ ਡੱਬੇ ਨੂੰ ਲੈ ਕੇ ਉੱਥੋਂ ਭੱਜ ਆਈ।
ਮੈਨੂੰ ਕੋਈ ਹੋਸ਼ ਨਹੀਂ ਸੀ ਕਿ ਮੈਂ ਕਿਸ ਪਾਸੇ ਵੱਲ ਜਾ ਰਹੀ ਹਾਂ। ਬਸ ਭੱਜਦੀ ਜਾ ਰਹੀ ਸੀ। ਕੁਝ ਸਮਾਂ ਤਾਂ ਉਹ ਮੇਰੇ ਪਿੱਛੇ ਆ ਰਿਹਾ ਸੀ, ਪਰ ਫਿਰ ਸ਼ਾਇਦ ਵਾਪਸ ਮੁੜ ਗਿਆ। ਮੈਂ ਚੌੜੀ ਸੜਕ 'ਤੇ ਪਹੁੰਚ ਗਈ। ਮੇਰਾ ਵੀ ਸਾਹ ਚੜ੍ਹ ਗਿਆ ਸੀ। ਹੁਣ ਮੈਂ ਆਪਣੇ ਬੇਟੇ ਤੇ ਡੱਬੇ ਨਾਲ ਹੋਰ ਨਹੀਂ ਭੱਜ ਸਕਦੀ ਸੀ, ਇਸ ਲਈ ਉੱਥੇ ਹੀ ਬੈਠ ਗਈ। ਪਰ ਮੈਂ ਬਹੁਤ ਡਰ ਗਈ ਸੀ। ਪਤਾ ਨਹੀਂ ਅੱਗੇ ਕੀ ਹੋਣ ਵਾਲਾ ਸੀ। ਹੁਣ ਤਾਂ ਇੱਜ਼ਤ ਬਚਾਉਣੀ ਵੀ ਮੁਸ਼ਕਲ ਹੋ ਗਈ। ਮੈਂ ਬੈਠੀ ਰੋ ਰਹੀ ਸੀ ਕਿ ਅਚਾਨਕ ਮੇਰੇ ਮੋਢੇ 'ਤੇ ਕਿਸੇ ਨੇ ਹੱਥ ਰੱਖਿਆ। ਡਰ ਦੇ ਮਾਰੇ ਮੇਰਾ ਸਾਹ ਉੱਥੇ ਹੀ ਰੁਕ ਗਿਆ। ਜਦੋਂ ਮੁੜ ਕੇ ਵੇਖਿਆ ਤਾਂ ਇਹ ਤਾਂ ਮੇਰਾ ਪਤੀ ਰਣਵੀਰ ਸੀ। ਉਸ ਨੂੰ ਦੇਖ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰਾ ਪਤੀ ਮੇਰੇ ਸਾਹਮਣੇ ਸੀ। ਉਸ ਦੀ ਇਸ ਜ਼ਿੰਦਗੀ ਦੇ ਇਸ ਮੋੜ 'ਤੇ ਜਦੋਂ ਮੈਂ ਹਰ ਪਾਸਿਓਂ ਹਾਰ ਚੁੱਕੀ ਸੀ। ਰਣਵੀਰ ਨੇ ਮੈਨੂੰ ਚੁੱਪ ਕਰਾਇਆ ਤੇ ਮੈਨੂੰ ਤੇ ਮੇਰੇ ਬੇਟੇ ਨੂੰ ਗਲੇ ਲਗਾ ਲਿਆ। ਉਹ ਸਾਨੂੰ ਲੈ ਕੇ ਕਿਰਾਏ ਦੇ ਕਮਰੇ ਵਿੱਚ ਆ ਗਏ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ। ਜਿਨ੍ਹਾਂ ਰਾਹੀਂ ਉਹ ਮਲੇਸ਼ੀਆ ਜਾ ਰਿਹਾ ਸੀ, ਉਹ ਗਲਤ ਲੋਕ ਸਨ। ਉਹਨਾਂ ਨੇ ਮੇਰੇ ਪਤੀ 'ਤੇ ਬਹੁਤ ਜ਼ੁਲਮ ਕੀਤੇ ਤੇ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਸਨ। ਉਹ ਕਿਸੇ ਤਰ੍ਹਾਂ ਉੱਥੋਂ ਬਚ ਕੇ ਇੰਡੀਆ ਆਏ, ਪਰ ਜਦੋਂ ਘਰ ਆ ਗਿਆ ਤਾਂ ਪਤਾ ਚੱਲਿਆ ਕਿ ਸਾਨੂੰ ਘਰੋਂ ਕੱਢ ਦਿੱਤਾ ਗਿਆ ਸੀ। ਉਹਨਾਂ ਨੇ ਹਰ ਜਗ੍ਹਾ ਸਾਨੂੰ ਲੱਭਿਆ। ਮੁਲਾਕਾਤ ਹੋਈ 2.5 ਸਾਲ ਵਿੱਚ। ਪਰ ਮੈਂ ਰੱਬ ਦਾ ਹਰ ਵੇਲੇ ਧੰਨਵਾਦ ਕਰਦੀ ਹਾਂ। ਰਣਵੀਰ ਨੇ ਡੱਬੇ ਵਾਲੇ ਪੈਸਿਆਂ ਨਾਲ ਕੰਮ ਸ਼ੁਰੂ ਕੀਤਾ, ਜੋ ਚੰਗਾ ਚੱਲ ਪਿਆ। ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ। ਮੈਂ ਹਰ ਵੇਲੇ ਰੱਬ ਦਾ ਸ਼ੁਕਰਾਨਾ ਕਰਦੀ ਹਾਂ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।